हाँ जी बच्चे, अगला अपना टॉपिक है नैटवर्किंग एंड इंटरनैट वर्किंग डिवाइसिस। ये वाला टॉपिक भी ਆਪਾਂ ਕਲਿਆਣੀ ਦੀ ਬੁੱਕ ਤੋਂ ਕਰਾਂਗੇ ਕਿਉਂਕਿ ਇਹਦੇ ਵਿੱਚ ਕਾफ़ੀ ਚੰਗੀ ਤਰ੍ਹਾਂ ਡਿਫਾਈਨ ਕੀਤਾ ਹੋਇਆ ਇਹ ਟੌਪਿਕ। ਇਹਦੇ ਵਿੱਚ ਜਿਹੜਾ ਆਪਣਾ ਅੱਗੇ ਹੈਗੇ ਆ ਰਿਪੀਟਰ, ਰਾਊਟਰ, ਗੇਟਵੇ, ਸਵਿੱਚ, ਇਹ ਸਾਰੇ ਆਪਾਂ ਟੌਪਿਕ ਹੈ ਜਿਹੜੇ ਕਲਿਆਣੀ ਦੀ ਬੁੱਕ ਤੋਂ ਕਰਾਂਗੇ, ਜਿਹੜੀ ਤੁਹਾਡੇ ਕੋਲ ਸਾਰੇ ਕੋਲ ਕਲਿਆਣੀ ਦੀ ਚਰਨਜੀਤ ਵਾਲੀ ਬੁੱਕ ਹੈ ਉਸ ਤੋਂ ਕਰਾਂਗੇ। ਦੇਖੋ ਨੈਟਵਰਕਿੰਗ ਅਤੇ ਇੰਟਰਨੈਟ ਵਰਕਿੰਗ ਡਿਵਾਈਸ ਦੇ ਬਾਰੇ ਕੀ ਹੁੰਦਾ ਕਿ ਜਦੋਂ ਆਪਾਂ ਦੋ ਜਾਂ ਦੋ ਤੋਂ ਜ਼ਿਆਦਾ ਨੈਟਵਰਕ ਦੇਖੋ ਆਪਸ ਵਿੱਚ ਕਨੈਕਟ ਕੀਤੇ ਆ, ਉਹ ਡਾਟਾ ਸ਼ੇਅਰ ਕਰਦੇ ਆ ਤਾਂ ਇੱਕ ਇੰਟਰਨੈਟਵਰਕ ਬਣਾਉਂਦੇ ਆ। ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਸਿਸਟਮ ਆਪਸ ਵਿੱਚ ਕਨੈਕਟ ਹੋ ਕੇ ਡਾਟਾ ਸ਼ੇਅਰ ਕਰਦੇ ਆ, ਰਿਸੋਰਸ ਸ਼ੇਅਰ ਕਰਦੇ ਆ, ਤਾਂ ਉਹਨਾਂ ਦੇ ਵਿੱਚ ਇੱਕ ਨੈਟਵਰਕ ਇਸਟੈਬਲਿਸ਼ ਹੁੰਦਾ ਅਤੇ ਉਹਨੂੰ ਆਪਾਂ ਇੰਟਰਨੈਟ ਵਰਕ ਕਹਿੰਦੇ ਹਾਂ। ਅਤੇ ਜਿਹੜੇ ਇਹ ਨੈਟਵਰਕ ਆ ਦੋ ਜਾਂ ਦੋ ਤੋਂ ਜ਼ਿਆਦਾ ਨੈਟਵਰਕ ਨੂੰ ਕਨੈਕਟ ਕਰਦੇ ਆ, ਇਹ ਲੈਨਸ ਨੂੰ ਵੀ ਕਨੈਕਟ ਕਰ ਸਕਦੇ ਆ, ਵੈਨਸ ਨੂੰ ਵੀ ਕਨੈਕਟ ਕਰ ਸਕਦੇ ਆ, ਮੈਨਸ ਨੂੰ ਵੀ ਕਰ ਸਕਦੇ ਆ। ਜਾਂ ਇਹ ਹੋ ਸਕਦਾ ਕਿ ਆਪਾਂ ਇੱਕ ਲੈਨ ਅਤੇ ਇੱਕ ਮੈਨ ਨੂੰ ਆਪਸ ਵਿੱਚ ਕਨੈਕਟ ਕਰ ਰਹੇ ਹਾਂ, ਇੱਕ ਦੋ ਲੈਨ ਜਾਂ ਦੋ ਮੈਨ ਨੂੰ ਆਪਸ ਵਿੱਚ ਕਨੈਕਟ ਕਰ ਰਹੇ ਹਾਂ। ਤਾਂ ਜਿਹੜਾ ਨੈਟਵਰਕਸ ਇਹਨਾਂ ਨੂੰ ਕਨੈਕਟ ਕਰ ਲਈ ਆਪਾਂ ਨੂੰ ਕੁਛ ਕੁ ਡਿਵਾਈਸਿਸ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਦੋ ਲੈਨ ਹੈ ਅਲੱਗ ਅਲੱਗ, ਉਹਨਾਂ ਦੋ ਔਰਗਨਾਈਜੇਸ਼ਨ ਹੈ, ਦੋ ਬਿਲਡਿੰਗ ਹੈ, ਉਹਨਾਂ ਦੇ ਵਿੱਚ ਲੈਨ ਅਲੱਗ ਅਲੱਗ ਬਣਿਆ ਹੋਇਆ। ਜਦੋਂ ਦੋ ਬਿਲਡਿੰਗ ਨੂੰ ਆਪਣਾ ਕਨੈਕਟ ਕਰਨਾ ਤਾਂ ਆਪਾਂ ਉਹਨਾਂ ਦੇ ਵਿਚਾਲੇ ਇੱਕ ਡਿਵਾਈਸ ਯੂਜ਼ ਕਰਾਂਗੇ, ਇੱਕ ਮੋਡ ਯੂਜ਼ ਕਰਾਂਗੇ, ਉਹ ਹੁੰਦੇ ਹੈਗੇ ਇੰਟਰਨੈਟ ਡਿਵਾਈਸਿਸ। ਇਹਦੇ ਵਿੱਚ ਆਪਾਂ ਰਾਊਟਰ ਯੂਜ਼ ਕਰ ਸਕਦੇ ਹਾਂ, ਗੇਟ ਵੀ ਯੂਜ਼ ਕਰ ਸਕਦੇ ਹਾਂ, ਸਵਿੱਚ ਯੂਜ਼ ਕਰ ਸਕਦੇ ਹਾਂ, ਰਿਪੀਟਰ ਯੂਜ਼ ਕਰ ਸਕਦੇ, ਕੁਛ ਵੀ ਹੋ ਸਕਦਾ। ਤਾਂ ਜਿਹੜਾ ਇਹਨਾਂ ਡਿਵਾਈਸਿਸ ਦਾ ਪਰਪਸ ਦੇਖੋ ਇਹ ਹੁੰਦਾ ਕਿ ਜਿਹੜੀ ਕਨੈਕਸ਼ਨ ਦੇ ਵਿੱਚ ਜਿਹੜਾ ਵੀ ਕੰਮ ਹੋਣਾ, ਜਿੰਨੀ ਵੀ ਫੰਕਸ਼ਨਿੰਗ ਹੋਣੀ ਹੈ, ਕਿਸੇ ਨੇ ਡਾਟਾ ਸੈਂਡ ਕਰਨਾ, ਕਿਸੇ ਨੇ ਰਿਸੀਵ ਕਰਨਾ, ਉਹ ਸਾਰਾ ਜਿਹੜਾ ਉਸ ਡਿਵਾਈਸ ਦੇ ਥਰੂ ਹੀ ਹੁੰਦਾ। ਤਾਂ ਆਪਣੇ ਕੋਲ 5 ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਡਿਵਾਈਸਿਸ ਹੁੰਦੇ ਆ, ਆਪਾਂ 1 ਬਾਏ 1 ਕਰਦੇ ਹਾਂ। ਦੇਖੋ ਨੰਬਰ 1 ਹੈ ਹੱਬ, ਪੈਸਿਵ ਹੱਬ, ਸੈਕਿੰਡ ਹੈ ਰਿਪੀਟਰ, ਥਰਡ ਹੈ ਬ੍ਰਿਜ, ਫੋਰਥ ਹੈ ਰਾਊਟਰ, ਫਿਫਥ ਹੈ ਗੇਟਵੇਜ਼। ਜਿਹੜਾ ਹੱਬ ਹੁੰਦਾ ਇਹ ਫਿਜ਼ੀਕਲ ਲੇਅਰ ਤੋਂ ਨੀਚੇ ਕੰਮ ਕਰਦਾ। ਹੱਬ ਬਾਰੇ ਆਪਾਂ ਨੂੰ ਜ਼ਿਆਦਾ ਆਪਣੇ ਸਿਲੇਬਸ ਵਿੱਚ ਹੈ ਨਹੀਂ, ਤਾਂ ਆਪਾਂ ਇੱਕ ਵਾਰ ਵੈਸੇ ਪੜ੍ਹਾਂਗੇ ਕਿ ਹੱਬ ਹੈ ਜਿਹੜਾ ਉਹ ਫਿਜ਼ੀਕਲ ਲੇਅਰ ਤੋਂ ਨੀਚੇ ਕੰਮ ਕਰਦਾ। ਅਤੇ ਇਹਦੇ ਵਿੱਚ ਜਿਹੜਾ ਇਟ ਇਜ਼ ਜਸਟ ਅ ਕਨੈਕਟਰ ਐਂਡ ਕਨੈਕਟਸ ਦਾ ਵਾਇਰ ਕਮਿੰਗ ਫਰੋਮ ਦਾ ਡਿਫਰੈਂਟ ਸਾਈਡਸ। ਮੰਨ ਲਓ ਦੋ ਆਪਣੇ ਕੋਲ ਮਸ਼ੀਨਸ ਹੈ, ਦੋ ਜਾਂ ਆਪਣੇ ਕੋਲ ਨੈਟਵਰਕ ਹੈ, ਲੈਨ ਹੈ, ਵੈਨ ਹੈ, ਦੋਨਾਂ ਵੱਲੋਂ ਜਿੰਨੀਆਂ ਵੀ ਵਾਇਰਸ ਆ ਰਹੀਆਂ ਉਹਨਾਂ ਨੂੰ ਆਪਸ ਵਿੱਚ ਕਨੈਕਟ ਕਰਦੇ ਨੂੰ ਆਪਾਂ ਐਜ਼ ਅ ਕਨੈਕਟਰ ਵੀ ਬੋਲ ਸਕਦੇ ਹਾਂ। ਜਿਵੇਂ ਸਟਾਰ ਟੋਪੋਲੋਜੀ ਦੇ ਵਿੱਚ ਇਹਨਾਂ ਸਟਾਰ ਟੋਪੋਲੋਜੀ ਇਥਰਨੈਟ ਲੈਨ, ਸਟਾਰ ਟੋਪੋਲੋਜੀ ਦੇ ਵਿੱਚ ਜਿਹੜਾ ਉਹ ਹੱਬ ਆਪਾਂ ਯੂਜ਼ ਕਰਦੇ ਹਾਂ। ਸਟਾਰ ਟੋਪੋਲੋਜੀ ਦੇ ਵਿੱਚ ਦੇਖੋ ਬੱਚੇ ਅਲੱਗ ਅਲੱਗ ਜਿਹੜੇ ਨੋਡਸ ਹੈ ਇੱਕ ਸੈਂਟਰ ਕੰਪਿਊਟਰ ਦੇ ਨਾਲ ਜੁੜੇ ਹੁੰਦੇ, ਉਹਨੂੰ ਆਪਾਂ ਹੱਬ ਬੋਲਦੇ ਹਾਂ। ਇਹ ਇੱਕ ਇਹੋ ਜਿਹਾ ਆਪਣੇ ਕੋਲ ਪੁਆਇੰਟ ਹੈ ਜਿੱਥੇ ਸਾਰੀਆਂ ਜਿੰਨੇ ਵੀ ਇਹਦੇ ਨਾਲ ਸਟੇਸ਼ਨ ਜੁੜੇ ਆ, ਜਿੰਨੀਆਂ ਵੀ ਮਸ਼ੀਨਸ ਜੁੜੀਆਂ, ਸਾਰਿਆਂ ਦਾ ਕੋਲੀਜ਼ਨ ਹੁੰਦਾ, ਸਾਰੇ ਇੱਥੇ ਆ ਕੇ ਹੀ ਇਕੱਠੇ ਹੁੰਦੇ ਆ, ਸਾਰੇ ਇਸੇ ਨਾਲ ਹੀ ਕਨੈਕਟਡ ਹੁੰਦੇ ਆ, ਇਹਨੂੰ ਆਪਾਂ ਹੱਬ ਬੋਲਦੇ ਹਾਂ। ਹੱਬ ਇਜ਼ ਅ ਪਾਰਟ ਆਫ ਟਰਾਂਸਮਿਸ਼ਨ ਮੀਡੀਆ। ਦੇਖੋ ਟਰਾਂਸਮਿਸ਼ਨ ਮੀਡੀਆ ਦਾ ਪਾਰਟ ਕਹਿ ਸਕਦੇ ਹਾਂ। ਟਰਾਂਸਮਿਸ਼ਨ ਮੀਡੀਆ ਹੁੰਦਾ ਜਿਹੜਾ ਕਿ ਡਾਟਾ ਨੂੰ ਟਰਾਂਸਫਰ ਕਰਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਨੈਕਸਟ ਆਪਣਾ ਬੱਚੇ ਆ ਗਿਆ ਰਿਪੀਟਰ। ਇਹ ਆਪਣੇ ਸਿਲੇਬਸ ਵਿੱਚ ਹੈ, ਇਹਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ। ਰਿਪੀਟਰ ਨੂੰ ਆਪਾਂ ਰੀਜਨਰੇਟਰ ਵੀ ਬੋਲਦੇ ਹਾਂ। ਡਿਵਾਈਸ ਦੈਟ ਆਪਰੇਟ ਦਾ ਓਨਲੀ ਫਿਜ਼ੀਕਲ ਲੇਅਰ। ਜਿਹੜਾ ਰਿਪੀਟਰ ਉਹ ਸਿਰਫ ਫਿਜ਼ੀਕਲ ਲੇਅਰ 'ਤੇ ਜਿਹੜਾ ਆਪਣਾ ਕੰਮ ਕਰਦਾ, OSI ਮਾਡਲ ਦੇ ਵਿੱਚ ਫਿਜ਼ੀਕਲ ਲੇਅਰ 'ਤੇ ਕੰਮ ਕਰਦਾ। ਅਤੇ ਇਹ ਜਿਹੜਾ ਰਿਪੀਟਰ ਆਪਾਂ ਯੂਜ਼ ਕਰਦੇ ਹਾਂ ਇੱਕ ਫਿਕਸਡ ਡਿਸਟੈਂਸ 'ਤੇ ਇਨਫੋਰਮੇਸ਼ਨ ਸ਼ੇਅਰ ਕਰ ਸਕਦਾ। ਮਤਲਬ ਇਹਦਾ ਕੋਈ ਏਰੀਆ ਹੁੰਦਾ ਕਿ ਉਨੇ ਏਰੀਏ ਦੇ ਵਿੱਚ ਹੀ ਇਹ ਡਾਟਾ ਜਿਹੜਾ ਸਹੀ ਤਰੀਕੇ ਨਾਲ ਦੂਸਰੇ ਨੂੰ ਸੈਂਡ ਕਰ ਸਕਦਾ। ਜੇਕਰ ਏਰੀਆ ਦੂਰ ਹੋ ਜੂ, ਜੇਕਰ ਦੋ ਲੈਨਸ ਹੈ ਜਾਂ ਦੋ ਨੈਟਵਰਕ ਉਹਨਾਂ ਦੇ ਵਿੱਚ ਦੂਰੀ ਜ਼ਿਆਦਾ ਹੋਵੇ ਤਾਂ ਉੱਥੇ ਜਿਹੜੇ ਇਹਦੇ ਸਿਗਨਲ ਹੈ ਉਹ ਕਰਪਟ ਹੋਣ ਲੱਗ ਜਾਂਦੇ, ਵੀਕ ਹੋਣ ਲੱਗ ਜਾਂਦੇ ਆ, ਸਿਗਨਲ ਟੁੱਟਣ ਲੱਗ ਜਾਂਦੇ ਆ। ਦੇਖੋ ਕਈ ਵਾਰ ਮੌਸਮ ਦੀ ਖਰਾਬੀ ਹੁੰਦੀ ਹੈ ਤਾਂ ਆਪਾਂ ਨੂੰ ਸਿਗਨਲ ਚੰਗੀ ਤਰ੍ਹਾਂ ਨਹੀਂ ਮਿਲਦੇ, ਤਾਂ ਆਪਾਂ ਨੂੰ ਸਾਹਮਣੇ ਵਾਲੇ ਦੀ ਆਵਾਜ਼ ਨਾ ਕੱਟ ਕੇ ਮਿਲਦੀ ਹੈ, ਵੀਕ ਹੋ ਜਾਂਦੀ, ਕਰਪਟ ਹੋ ਜਾਂਦੀ। ਉਸੇ ਤਰ੍ਹਾਂ ਜੇਕਰ ਦੋ ਨੈਟਵਰਕ ਦੇ ਵਿੱਚ ਜ਼ਿਆਦਾ ਸਪੇਸ ਹੋਵੇ, ਜ਼ਿਆਦਾ ਡਿਸਟੈਂਸ ਹੋਵੇ ਤਾਂ ਸਿਗਨਲ ਹੈ ਜਿਹੜੇ ਉਹ ਕਰਪਟ ਹੋ ਜਾਂਦੇ ਆ। ਅਤੇ ਰਿਪੀਟਰ ਦਾ ਕੰਮ ਦੇਖੋ ਬੱਚੇ ਇਹੀ ਹੁੰਦਾ ਕਿ ਸਿਗਨਲ ਜਦੋਂ ਰਿਪੀਟਰ ਇੱਕ ਸੈਂਟਰ ਤੋਂ ਸਿਗਨਲ ਲੈਂਦਾ ਤਾਂ ਫਿਰ ਜੇਕਰ ਸਿਗਨਲ ਜ਼ਿਆਦਾ ਵੀਕ ਹੈ ਤਾਂ ਉਹਨੂੰ ਰੀਜਨਰੇਟ ਕਰਦਾ, ਓਰੀਜਨਲ ਬਣਾਉਣ ਦੀ ਕੋਸ਼ਿਸ਼ ਕਰਦਾ। ਉਹਨੇ ਸਿਗਨਲ ਲਈ ਉਹਨੂੰ ਚੈੱਕ ਕਰੂਗਾ, ਜੇਕਰ ਜਿਹੜੀ ਸਿਗਨਲ ਉਹ ਵੀਕ ਹੈ, ਉਹਦੀ ਮਤਲਬ ਡਾਟਾ ਦੀ ਸਮਝ ਨਹੀਂ ਆ ਰਹੀ ਆਪਾਂ ਨੂੰ, ਉਹਨੂੰ ਰੀਜਨਰੇਟ ਕਰਦਾ, ਓਰੀਜਨਲ ਬਣਾਉਣ ਦੀ ਕੋਸ਼ਿਸ਼ ਕਰਦਾ, ਤਾਂ ਉਹਦੀ ਇੱਕ ਫਰੈਸ਼ ਕਾਪੀ ਜਨਰੇਟ ਕਰਦਾ ਕਿ ਉਹਨੂੰ ਸਹੀ ਤਰੀਕੇ ਨਾਲ ਬਣਾ ਕੇ ਫਿਰ ਸੈਂਡਰ ਨੂੰ ਰਿਸੀਵਰ ਨੂੰ ਸੈਂਡ ਕਰਦਾ।
ਅਤੇ ਜਿਹੜਾ ਇਹ ਫਿਜ਼ੀਕਲ ਲੇਅਰ 'ਤੇ ਕੰਮ ਕਰਦਾ ਤਾਂ ਕਰਕੇ ਫਰੇਮ ਨੂੰ ਜਿਹੜਾ ਫਰੇਮ ਫੋਰਮੈਟ ਨੂੰ ਨਹੀਂ ਅੰਡਰਸਟੈਂਡ ਕਰਦਾ, ਕਿਉਂਕਿ ਫਰੇਮ ਫੋਰਮੈਟ ਹੈ ਜਿਹੜਾ ਉਹ ਡਾਟਾ ਲਿੰਕ ਲੇਅਰ 'ਤੇ ਕੰਮ ਕਰਦੇ ਆ। ਫਰੇਮ ਡਾਟਾ ਲਿੰਕ ਲੇਅਰ ਹੈ ਜਿਹੜਾ ਡਾਟਾ ਨੂੰ ਫਰੇਮ ਦੇ ਵਿੱਚ ਡਿਵਾਈਡ ਕਰਦੀ ਹੈ, ਤਾਂ ਜਿਹੜੇ ਰਿਪੀਟਰ ਉਹ ਫਿਜ਼ੀਕਲ ਲੇਅਰ 'ਤੇ ਕੰਮ ਕਰਦੇ ਆ ਤਾਂ ਕਰਕੇ ਇਹ ਫਰੇਮ ਫੋਰਮੈਟ ਨੂੰ ਜਿਹੜਾ ਅੰਡਰਸਟੈਂਡ ਨਹੀਂ ਕਰਦਾ। ਰਿਪੀਟਰ ਡਜ਼ ਨੋਟ ਐਕਚੁਅਲੀ ਕਨੈਕਟ ਟੂ ਲੈਨਸ, ਇਟ ਕਨੈਕਟਸ, ਇਹ ਮਤਲਬ ਪੂਰੇ ਸਿਸਟਮ ਨੂੰ ਕਨੈਕਟ ਨਹੀਂ ਕਰਦਾ, ਪੂਰੇ ਨੈਟਵਰਕ ਨੂੰ ਕਨੈਕਟ ਨਹੀਂ ਕਰਦਾ, ਇਹ ਲੈਨ ਦੇ 2 ਸਿਗਮੈਂਟ ਨੂੰ ਕਨੈਕਟ ਕਰਦਾ ਆਪਸ ਵਿੱਚ। ਜਿਵੇਂ ਲੈਨ ਹੈ, ਇੱਕੋ ਲੈਨ ਆ, ਉਹਦੇ ਅਲੱਗ-ਅਲੱਗ 2 ਸਿਗਮੈਂਟ ਬਣੇ ਹੋਏ, ਉਹਨਾਂ ਨੂੰ ਕਨੈਕਟ ਕਰਦਾ, 2 ਲੈਨਸ ਨੂੰ ਆਪਸ ਵਿੱਚ ਨਹੀਂ ਕਨੈਕਟ ਕਰਦਾ। ਅੱਗੇ ਦੇਖੋ ਡਾਇਗਰਾਮ ਦੇ ਵਿੱਚ ਸ਼ੋਅ ਹੋ ਰਿਹਾ ਕਿ ਰਿਪੀਟਰ ਲੱਗਿਆ ਹੋਇਆ, ਇੱਕ ਸਾਈਡ 2 PC ਆਪਸ ਵਿੱਚ ਅਟੈਚ ਹੈ, ਉਹਨੂੰ ਆਪਾਂ ਸਿਗਮੈਂਟ ਕਹਾਂਗੇ ਲੈਨ ਦਾ, ਦੂਸਰੀ ਸਾਈਡ ਵੀ 2 PC ਅਟੈਚ, ਉਹਨੂੰ ਸਿਗਮੈਂਟ ਕਹਾਂਗੇ। ਤਾਂ ਦੋਨੋਂ ਸਿਗਮੈਂਟਸ ਨੂੰ ਇਹ ਜੁਆਇਨ ਕਰਦਾ। ਰਿਪੀਟਰ ਹੈਜ਼ 2 ਪੋਰਟਸ, ਇਹਦੇ ਦੇਖੋ ਬੱਚੇ 2 ਪੋਰਟ ਹੈ, ਇੱਕ ਲੈਫਟ ਹੈਂਡ ਸਾਈਡ, ਇੱਕ ਰਾਈਟ ਹੈਂਡ ਸਾਈਡ ਹੈ। ਜਦੋਂ ਇਹ ਕੋਈ ਡਾਟਾ ਰਿਸੀਵ ਕਰਦਾ, ਇੱਕ ਪੋਰਟ ਦੇ ਵਿੱਚੋਂ ਤਾਂ ਡਾਟਾ ਰਿਸੀਵ ਕਰਦਾ ਅਤੇ ਦੂਸਰੇ ਪੋਰਟ ਦੇ ਵਿੱਚੋਂ ਆ ਜਿਹੜਾ ਡਾਟਾ ਰਿਸੀਵਰ ਕੋਲ ਭੇਜਣ ਲਈ ਸੈਂਡ ਕਰ ਦਿੰਦਾ। ਨੈਕਸਟ ਡਾਇਗਰਾਮ ਦੇ ਵਿੱਚ ਦਿਖ ਰਿਹਾ ਹੈਗਾ ਕਿ ਫੰਕਸ਼ਨ ਕੀ ਹੁੰਦਾ ਰਿਪੀਟਰ ਦਾ। ਦੇਖੋ ਇੱਧਰੋਂ ਕਰਪਟ ਸਿਗਨਲ ਆ ਰਹੀ ਹੈ, ਡਾਟਾ ਜਿਹੜਾ ਉਹ ਵੀਕ ਹੈ, ਉਹ ਮਤਲਬ ਸਹੀ ਤਰੀਕੇ ਨਾਲ ਨਹੀਂ ਆ ਰਿਹਾ। ਰਿਪੀਟਰ ਹੈ ਜਿਹੜਾ ਉਹਨੂੰ ਰੀਜਨਰੇਟ ਕਰੂਗਾ, ਉਹਦੇ ਵਿੱਚ ਜਿਹੜੀ ਓਰੀਜਨਲ ਬਿਟ ਐਡ ਕਰੂਗਾ ਅਤੇ ਉਹਨੂੰ ਸਹੀ ਤਰੀਕੇ ਨਾਲ ਉਹ ਕਰਕੇ ਉਹਦੀ ਫਰੈਸ਼ ਕਾਪੀ ਬਣਾ ਕੇ ਜਿਹੜੀ ਰਿਸੀਵਰ ਲਈ ਸੈਂਡ ਕਰ ਦੂਗਾ। ਅੱਗੇ ਹੈਗਾ ਰਿਸੀਵਰ ਇਜ਼ ਨੋਟ ਐਨ ਐਂਪਲੀਫਾਇਰ। ਐਂਪਲੀਫਾਇਰ ਦੇਖੋ ਹੁੰਦਾ ਜਿਹੜਾ ਸਿਗਨਲ ਅਤੇ ਨੋਇਜ਼ ਦੇ ਵਿੱਚ ਡਿਫਰੈਂਸ ਨਹੀਂ ਕਰ ਸਕਦਾ ਹੁੰਦਾ। ਐਂਪਲੀਫਾਇਰ ਨੂੰ ਸਿਗਨਲ ਅਤੇ ਨੋਇਜ਼ ਦਾ ਨਹੀਂ ਪਤਾ ਲੱਗਦਾ ਕਿ ਕੀ ਸਿਗਨਲ ਆ ਰਹੀ ਹੈ, ਕੀ ਨੋਇਜ਼ ਆ ਰਹੀ ਹੈ, ਉਹ ਦੋਨਾਂ ਨੂੰ ਇੱਕੋ ਚੀਜ਼ ਲੈ ਕੇ ਚੱਲਦਾ। ਤਾਂ ਰਿਪੀਟਰ ਇਹਦੇ ਵਰਗਾ ਨਹੀਂ ਹੈਗਾ। ਜੇਕਰ ਰਿਪੀਟਰ ਡਜ਼ ਨੋਟ ਐਂਪਲੀਫਾਈ ਦਾ ਸਿਗਨਲ, ਜੇਕਰ ਇਹਨੂੰ ਮਤਲਬ ਸਿਗਨਲ ਨਹੀਂ ਮਿਲ ਰਹੀ, ਸਹੀ ਡਾਟਾ ਨਹੀਂ ਆ ਰਿਹਾ, ਉਹਦੇ ਵਿੱਚ ਨੋਇਜ਼ ਆ ਰਹੀ ਹੈ, ਤਾਂ ਰਿਪੀਟਰ ਹੈ ਜਿਹੜਾ ਉਹਨੂੰ ਰੀਜਨਰੇਟ ਕਰੂਗਾ ਡਾਟਾ ਨੂੰ, ਫਿਰ ਅੱਗੇ ਜਿਹੜਾ ਰਿਸੀਵਰ ਕੋਲ ਸੈਂਡ ਕਰੂਗਾ। ਹੱਬ ਇਜ਼ ਅ ਮਲਟੀਪੋਰਟ ਰਿਪੀਟਰ। ਐਕਟਿਵ ਹੱਬ ਜਿਹੜਾ ਉਹਨੂੰ ਆਪਾਂ ਮਲਟੀਪੋਰਟ ਰਿਪੀਟਰ ਵੀ ਕਹਿ ਸਕਦੇ ਹਾਂ। ਅੱਗੇ ਬੱਚੇ ਆ ਗਿਆ ਆਪਣਾ ਬ੍ਰਿਜ। ਬ੍ਰਿਜ ਇਜ਼ ਅ ਨੈਟਵਰਕ ਡਿਵਾਈਸ ਦੈਟ ਆਪਰੇਟ ਇਨ, ਬ੍ਰਿਜ ਹੈ ਜਿਹੜਾ ਉਹ ਫਿਜ਼ੀਕਲ ਲੇਅਰ ਅਤੇ ਡਾਟਾ ਲਿੰਕ ਲੇਅਰ 2 ਲੇਅਰਸ 'ਤੇ ਕੰਮ ਕਰਦਾ। ਫਿਜ਼ੀਕਲ ਲੇਅਰ ਐਂਡ ਡਾਟਾ ਲਿੰਕ ਲੇਅਰ, ਦੇਖੋ ਡਾਇਗਰਾਮ ਦੇ ਵਿੱਚ ਸ਼ੋਅ ਹੋ ਰਿਹਾ ਬ੍ਰਿਜ 2 ਜਗ੍ਹਾ 'ਤੇ ਕੰਮ ਕਰਦਾ। ਦੇਖੋ ਜਿਹੜਾ ਰਿਪੀਟਰ ਸੀਗਾ ਉਹ ਸਿਰਫ ਫਿਜ਼ੀਕਲ ਲੇਅਰ 'ਤੇ ਕੰਮ ਕਰਦਾ ਸੀ, ਤਾਂ ਕਰਕੇ ਉਹਨੂੰ ਫਰੇਮ ਫੋਰਮੈਟ ਦਾ ਨਹੀਂ ਪਤਾ ਹੁੰਦਾ ਸੀ, ਕਿਉਂਕਿ ਫਿਜ਼ੀਕਲ ਲੇਅਰ 'ਤੇ ਫਰੇਮ ਦੇ ਬਾਰੇ ਕੁਛ ਨਹੀਂ ਹੁੰਦਾ। ਡਾਟਾ ਲਿੰਕ ਲੇਅਰ ਹੈ ਜਿਹੜੀ ਉਹ ਫਰੇਮ ਬਣਾਉਂਦੀ ਹੈ। ਤਾਂ ਬ੍ਰਿਜ ਹੈ ਜਿਹੜਾ ਉਹ ਫਿਜ਼ੀਕਲ ਅਤੇ ਡਾਟਾ ਲਿੰਕ ਲੇਅਰ 2 ਲੇਅਰਸ 'ਤੇ ਕੰਮ ਕਰਦਾ, ਤਾਂ ਇਸ ਕੋਲ ਇਹਨੂੰ ਫਰੇਮ ਫੋਰਮੈਟ ਦਾ ਵੀ ਚੰਗੀ ਤਰ੍ਹਾਂ ਪਤਾ ਹੋਵੇਗਾ। ਜਿਹੜਾ ਬ੍ਰਿਜ ਕੈਨ ਡਿਵਾਈਡ ਜਿਹੜਾ ਵੱਡਾ ਕੋਈ ਨੈਟਵਰਕ ਹੁੰਦਾ ਉਹਨੂੰ ਛੋਟੇ ਛੋਟੇ ਸਿਗਮੈਂਟਸ ਦੇ ਵਿੱਚ ਜਿਹੜਾ ਬ੍ਰਿਜ ਉਹ ਡਿਵਾਈਡ ਕਰ ਦਿੰਦਾ, ਉਹਦੇ ਛੋਟੇ ਛੋਟੇ ਸਿਗਮੈਂਟ ਬਣਾ ਲੈਂਦਾ ਅਤੇ ਫਿਰ ਉਹਨਾਂ ਦੇ ਵਿੱਚ ਫਰੇਮ ਪਾਸ ਕਰਦਾ, ਡਾਟਾ ਫਰੇਮ ਦੇ ਰੂਪ ਵਿੱਚ ਡਾਟਾ ਜਿਹੜਾ ਪਾਸ ਕਰਦਾ। ਆ ਫਿਜ਼ੀਕਲ ਲੇਅਰ ਡਿਵਾਈਸ ਬ੍ਰਿਜ ਰੀਜਨਰੇਟ ਦਾ ਸਿਗਨਲ, ਦੇਖੋ ਇਹਦੇ ਵਿੱਚ ਵੀ ਜਿਹੜਾ ਜੇ ਡਾਟਾ ਕਰਪਟ ਹੁੰਦਾ ਤਾਂ ਇਹ ਉਹਨੂੰ ਰੀਜਨਰੇਟ ਕਰਕੇ ਅਤੇ ਫਿਰ ਉਹਨੂੰ ਸੈਂਡ ਕਰਦਾ। ਡਾਟਾ ਲਿੰਕ ਲੇਅਰ ਡਿਵਾਈਸ ਬ੍ਰਿਜ ਕੈਨ ਐਕਸੈਸ ਦਾ ਫਿਜ਼ੀਕਲ ਐਡਰੈਸ, ਬ੍ਰਿਜ ਦੇ ਵਿੱਚ ਜਾਂ ਤਾਂ ਉਹ ਫਿਜ਼ੀਕਲ ਐਡਰੈਸ ਐਕਸੈਸ ਕਰ ਲੂਗਾ ਰਿਸੀਵਰ ਦਾ ਕਿ ਕਿਹਨੂੰ ਡਾਟਾ ਭੇਜਣਾ, ਜਾਂ ਉਹਦਾ ਮੈਕ ਐਡਰੈਸ, ਮੀਡੀਆ ਐਕਸੈਸ ਕੰਟਰੋਲ ਐਡਰੈਸ। ਫਿਜ਼ੀਕਲ ਜਾਂ ਮੈਕ ਐਡਰੈਸ ਐਕਸੈਸ ਕਰਕੇ ਕਿ ਕਿਹੜੀ ਡਿਵਾਈਸ ਨੂੰ ਡਾਟਾ ਸੈਂਡ ਕਰਨਾ, ਉਹਨੂੰ ਡਾਟਾ ਸੈਂਡ ਕਰ ਦਿੰਦਾ। ਅਤੇ ਜਿਹੜਾ ਫਿਲਟਰ ਹੈ ਇਹ ਬ੍ਰਿਜ ਹੈ ਜਿਹੜਾ ਇਹ ਫਿਲਟਰ ਦਾ ਕੰਮ ਵੀ ਕਰਦਾ। ਇਟ ਅਲਾਉਜ਼ ਦਾ ਟਰੈਫਿਕ ਆਫ ਈਚ ਸੈਗਮੈਂਟ ਟੂ ਚੈੱਕ ਦਾ ਡੈਸਟੀਨੇਸ਼ਨ ਐਡਰੈਸ ਆਫ ਫਰੇਮ ਸ਼ੁੱਡ ਬੀ ਫਾਰਵਰਡ ਔਰ ਡਰੋਪਡ। ਦੇਖੋ ਫਿਲਟਰ ਦਾ ਕੰਮ ਇਹ ਕਰਦਾ ਕਿ ਇਹਦੇ ਵਿੱਚ ਇਹ ਹਰੇਕ ਫਰੇਮ ਦਾ ਐਡਰੈਸ ਚੈੱਕ ਕਰਦਾ ਕਿ ਇਹਨੇ ਕਿਹੜੇ ਐਡਰੈਸ 'ਤੇ ਇਹਨੂੰ ਭੇਜਣਾ ਹੈਗਾ, ਅਤੇ ਫਿਰ ਜਿਹੜਾ ਉਹਦਾ ਐਡਰੈਸ ਦੇ ਥਰੂ ਉਹਦਾ ਡੈਸਟੀਨੇਸ਼ਨ ਪਾਥ ਡਿਸਾਈਡ ਕਰਕੇ ਜਾਂ ਤਾਂ ਡਾਟਾ ਫਾਰਵਰਡ ਕਰ ਦਿੰਦਾ ਜੇਕਰ ਉਹਨੂੰ ਐਡਰੈਸ ਮਿਲ ਜਾਂਦਾ, ਜੇਕਰ ਐਡਰੈਸ ਨਹੀਂ ਮਿਲਦਾ ਤਾਂ ਉਹਨੂੰ ਡਰੋਪ ਕਰ ਦਿੰਦਾ, ਉਹਨੂੰ ਫਾਰਵਰਡ ਅੱਗੇ ਨਹੀਂ ਕਰਦਾ, ਉੱਥੇ ਹੀ ਰੱਖ ਦਿੰਦਾ। ਬ੍ਰਿਜ ਹੈ ਜਿਹੜਾ ਉਹ ਇੱਕ ਟੇਬਲ ਯੂਜ਼ ਕਰਦੇ ਆ ਬ੍ਰਿਜ ਦੇ ਵਿੱਚ ਆਪਾਂ, ਉਹਨੂੰ ਟੇਬਲ ਦੇ ਵਿੱਚ ਆਪਾਂ ਮੈਕ ਐਡਰੈਸ ਲਿਖਦੇ ਹਾਂ ਸਾਰੇ ਸਟੇਸ਼ਨਸ ਦਾ, ਜਿੰਨੇ ਵੀ ਮਸ਼ੀਨ ਐਡ ਹੁੰਦੇ ਆਪਣੇ ਨਾਲ ਉਹਨਾਂ ਦਾ ਸਾਰਿਆਂ ਦਾ ਐਡਰੈਸ ਹੈ ਜਿਹੜਾ ਇੱਕ ਟੇਬਲ ਦੇ ਵਿੱਚ ਲਿਖਿਆ ਜਾਂਦਾ। ਜਦੋਂ ਵੀ ਫਰੇਮ ਹੈ ਕੋਈ ਫਿਰ ਬ੍ਰਿਜ ਦੇ ਵਿੱਚ ਆਉਂਦਾ
ਤਾਂ ਉਹਦੇ ਵਿੱਚ ਆਪਾਂ ਐਡਰੈਸ ਚੈੱਕ ਕਰਦੇ ਹਾਂ ਕਿ ਫਰੇਮ ਨੇ ਕਿਹੜੇ ਐਡਰੈਸ 'ਤੇ ਜਾਣਾ, ਅਤੇ ਉਹਨੂੰ ਟੇਬਲ ਦੇ ਨਾਲ ਕੰਪੇਅਰ ਕਰਦੇ ਹਾਂ ਕਿ ਜਿਹੜੇ ਐਡਰੈਸ 'ਤੇ ਫਰੇਮ ਨੇ ਜਾਣਾ ਉਹ ਐਡਰੈਸ ਆਪਣੇ ਕੋਲ ਹੈ, ਕੀ ਉਹ ਐਡਰੈਸ ਵਾਲੀ ਮਸ਼ੀਨ ਆਪਣੇ ਨੈਟਵਰਕ ਨਾਲ ਕਨੈਕਟ ਹੈ। ਜੇਕਰ ਹੈ ਤਾਂ ਫਿਰ ਜੇ ਤਾਂ ਉਹਨੂੰ ਉਹਦਾ ਮੈਚ ਮਿਲ ਜਾਂਦਾ ਕਿ ਇਹੀ ਐਡਰੈਸ 'ਤੇ ਜਾਣਾ, ਫਿਰ ਤਾਂ ਉਹ ਡਾਟਾ ਨੂੰ ਸੈਂਡ ਕਰ ਦਿੰਦਾ ਡੈਸਟੀਨੇਸ਼ਨ ਸਟੇਸ਼ਨ 'ਤੇ ਅਤੇ ਡਾਟਾ ਪਹੁੰਚ ਜਾਂਦਾ। ਜੇਕਰ ਉਹਨੂੰ ਐਡਰੈਸ ਨਹੀਂ ਮਿਲਦਾ ਤਾਂ ਉਹਨੂੰ ਡਰੋਪ ਕਰ ਦਿੰਦਾ। ਅੱਗੇ ਇੱਕ ਟੇਬਲ ਆਪਾਂ ਨੂੰ ਦਿਖਾਇਆ ਗਿਆ ਕਿ ਜਿਵੇਂ ਉੱਪਰ ਦਿਖਾਇਆ ਗਿਆ 2 ਸਿਸਟਮ ਆਪਸ ਵਿੱਚ ਜੁਆਇੰਡ ਹੈ। ਨੈਕਸਟ ਆਪਾਂ ਟੇਬਲ ਦੇ ਡਾਇਗਰਾਮ ਦੀ ਗੱਲ ਦੇਖਦੇ ਹਾਂ। ਜੇਕਰ ਇਹਦੇ ਵਿੱਚ ਏ ਨੇ ਸੀ ਨੂੰ ਕੋਈ ਡਾਟਾ ਸੈਂਡ ਕਰਨਾ ਫਰੋਮ ਸਟੇਸ਼ਨ ਏ ਟੂ ਸਟੇਸ਼ਨ ਸੀ, ਤਾਂ ਇਹ ਜਿਹੜਾ ਡਾਟਾ ਏ ਜਿਹੜਾ ਬ੍ਰਿਜ ਨੂੰ ਸੈਂਡ ਕਰੇਗਾ ਅਤੇ ਜਿਹੜਾ ਬ੍ਰਿਜ ਉਹ ਸੀ ਨੂੰ ਸੈਂਡ ਕਰੇਗਾ। ਦੇਖੋ ਬ੍ਰਿਜ ਆਪਣੇ ਕੋਲ 2 ਟਾਈਪਸ ਦੇ ਹੁੰਦੇ ਆ, ਟਰਾਂਸਪੇਰੈਂਟ ਬ੍ਰਿਜ ਅਤੇ ਸੋਰਸ ਰਾਊਟਿੰਗ ਬ੍ਰਿਜ। ਟਰਾਂਸਪੇਰੈਂਟ ਬ੍ਰਿਜ ਹੈ ਜਿਹੜਾ ਇਨਵਿਜ਼ੀਬਲ ਹੁੰਦਾ, ਜਿੰਨੇ ਵੀ ਆਪਣੇ ਕੋਲ ਨੈਟਵਰਕ ਦੇ ਵਿੱਚ ਮਸ਼ੀਨਸ ਐਡ ਹੁੰਦੀਆਂ, ਜਿੰਨੇ ਵੀ ਆਪਣੇ ਕੋਲ PC ਐਡ ਹੁੰਦੇ ਹੈ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਵਿੱਚ ਕੋਈ ਬ੍ਰਿਜ ਵੀ ਕੰਮ ਕਰ ਰਿਹਾ। ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਡਾਟਾ ਡਾਇਰੈਕਟਲੀ ਐਕਸੈਸ ਕਰਵਾ ਰਹੇ ਹਾਂ ਇੱਕ ਦੂਸਰੇ ਤੋਂ। ਤਾਂ ਇਹਦੀ ਜਿਹੜੀ ਐਗਜ਼ਿਸਟੈਂਸ ਹੈ ਉਹਦੇ ਬਾਰੇ ਜਿਹੜੀ ਮਸ਼ੀਨਸ ਹੈ ਉਹ ਅਨਅਵੇਅਰ ਹੁੰਦੀਆਂ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਟਰਾਂਸਪੇਰੈਂਟ ਬ੍ਰਿਜਸ ਪਲੱਗ ਐਂਡ ਡੇ ਡੂ ਨਾਟ ਰਿਕੁਆਇਰ ਐਨੀ ਨੈਟਵਰਕ ਫਰੋਮ ਐਡਮਿਨਿਸਟ੍ਰੇਸ਼ਨ ਔਰ ਯੂਜ਼ਰ। ਦੇਖੋ ਜਿਹੜਾ ਐਡਮਿਨਿਸਟ੍ਰੇਸ਼ਨ ਹੁੰਦਾ, ਜਿਹਨੇ ਮਤਲਬ ਸਾਰਾ ਨੈਟਵਰਕ ਬਣਾਇਆ ਹੁੰਦਾ, ਤਾਂ ਉਹਨੂੰ ਹੈ ਜਿਹੜਾ ਉਹਨੂੰ ਅਤੇ ਜਿਹੜੀਆਂ ਬਾਕੀ ਮਸ਼ੀਨਸ ਹੁੰਦੀਆਂ ਉਹਨਾਂ ਨੂੰ ਮਤਲਬ ਇਵੇਂ ਲੱਗਦਾ ਕਿ ਡਾਟਾ ਜਿਹੜਾ ਡਾਇਰੈਕਟ ਸੈਂਡ ਹੋ ਰਿਹਾ, ਸਾਡੇ ਵਿਚਾਲੇ ਕੋਈ ਵੀ ਬ੍ਰਿਜ ਕੋਈ ਵੀ ਰੂਟਰ ਜਿਹੜਾ ਕੰਮ ਨਹੀਂ ਕਰ ਰਿਹਾ। ਬ੍ਰਿਜ ਦੇ ਵਿੱਚ ਦੇਖੋ 3 ਕੰਮ ਹੁੰਦੇ ਆ, ਫਿਲਟਰਿੰਗ ਅ ਫਰੇਮ, ਫੋਰਵਰਡਿੰਗ ਅ ਫਰੇਮ ਐਂਡ ਲਰਨਿੰਗ ਐਡਰੈਸ। ਫਿਲਟਰ ਦੇ ਵਿੱਚ ਆ ਗਿਆ ਐਡਰੈਸਿਸ ਅਵੇਲੇਬਲ ਔਨ ਦਾ ਸੇਮ ਪੋਰਟ ਵਿੱਚ। ਬ੍ਰਿਜ ਦੇ ਵਿੱਚ 2 ਪੋਰਟ ਹੁੰਦੇ, ਇੱਕ ਦੇ ਵਿੱਚੋਂ ਡਾਟਾ ਲੈਂਦਾ, ਦੂਸਰੇ ਵਿੱਚੋਂ ਸੈਂਡ ਕਰਦਾ। ਜੇਕਰ ਜਿਹੜਾ ਐਡਰੈਸ ਹੈ ਡੈਸਟੀਨੇਸ਼ਨ ਐਡਰੈਸ, ਉਹਦੇ ਲਈ ਡਾਟਾ ਭੇਜਣ ਲਈ ਆਪਾਂ ਨੂੰ ਉਸੇ ਪੋਰਟ ਵਿੱਚੋਂ ਡਾਟਾ ਭੇਜਣਾ ਪਊ ਜਿਹੜੇ ਪੋਰਟ ਵਿੱਚ ਦੀ ਡਾਟਾ ਆਇਆ, ਤਾਂ ਇਹ ਇਗਨੋਰ ਕਰ ਦਿੰਦਾ ਫਰੇਮ ਸੈਂਡ ਕਰਨ ਤੋਂ, ਕਿਉਂਕਿ ਇਹਦੇ ਵਿੱਚ ਹਮੇਸ਼ਾ ਇਹ ਹੁੰਦਾ ਕਿ ਇਹ ਡਾਟਾ ਇੱਕ ਪੋਰਟ ਵਿੱਚ ਦੀ ਲਊਗਾ ਅਤੇ ਦੂਸਰੇ ਪੋਰਟ ਵਿੱਚ ਦੀ ਸੈਂਡ ਕਰੂਗਾ। ਜਿਹੜੇ ਪੋਰਟ ਵਿੱਚੋਂ ਡਾਟਾ ਇਹਨੇ ਰਿਸੀਵ ਕੀਤਾ ਉਸ ਪੋਰਟ ਵਿੱਚ ਡਾਟਾ ਸੈਂਡ ਨਹੀਂ ਕਰ ਸਕਦਾ। ਫੋਰਵਰਡਿੰਗ ਆ ਗਿਆ। ਫੋਰਵਰਡਿੰਗ ਦੇਖੋ ਜੇ ਤਾਂ ਇਹਨੂੰ ਡਾਟਾ ਟੇਬਲ ਦੇ ਵਿੱਚੋਂ ਜਿਹੜਾ ਇਹਨਾਂ ਦਾ ਟੇਬਲ ਹੁੰਦਾ ਉਹਦੇ ਵਿੱਚੋਂ ਐਡਰੈਸ ਮਿਲਦਾ ਜਿਹੜੇ 'ਤੇ ਡੈਸਟੀਨੇਸ਼ਨ 'ਤੇ ਆਪਾਂ ਡਾਟਾ ਭੇਜਣਾ, ਫਿਰ ਤਾਂ ਡਾਟਾ ਨੂੰ ਸੈਂਡ ਕਰ ਦਿੰਦਾ। ਜੇਕਰ ਇਹਨੂੰ ਐਡਰੈਸ ਨਹੀਂ ਮਿਲਦਾ, ਉਹ ਜਿਹੜਾ ਆਪਣਾ ਸਿਸਟਮ ਆਪਣੇ ਨੈਟਵਰਕ ਦੇ ਵਿੱਚ ਐਡ ਨਹੀਂ ਹੈਗਾ, ਤਾਂ ਇਹ ਜਿਹੜਾ ਡਾਟਾ ਨੂੰ ਆਪਣੇ ਕੋਲ ਡਰੋਪ ਕਰਕੇ ਰੱਖ ਲੈਂਦਾ, ਅੱਗੇ ਸੈਂਡ ਨਹੀਂ ਕਰਦਾ। ਅਤੇ ਇਸ ਜਿਹੜੀ ਟੈਕਨੀਕ ਨੂੰ ਆਪਾਂ ਫਲੂਡਿੰਗ ਵੀ ਕਹਿ ਦਿੰਦੇ ਹਾਂ। ਨੈਕਸਟ ਲਰਨਿੰਗ ਐਡਰੈਸ। ਲਰਨਿੰਗ ਐਡਰੈਸ ਦੇ ਵਿੱਚ ਡਾਇਗਰਾਮ ਤੋਂ ਕਾਫੀ ਕਲੀਅਰ ਹੋ ਰਿਹਾ। ਦੇਖੋ ਇਹਦੇ ਵਿੱਚ ਡਾਇਗਰਾਮ ਹੈ ਕਿ ਏ ਅਤੇ B ਹੈ ਜਿਹੜੇ ਉਹ ਬ੍ਰਿਜ ਦੇ ਪੋਰਟ 1 ਨਾਲ ਕਨੈਕਟ ਹੈ, E ਅਤੇ F ਹੈ ਬ੍ਰਿਜ ਦੇ 3 ਪੋਰਟ ਨਾਲ ਕਨੈਕਟ ਹੈ, C ਅਤੇ D ਹੈ ਜਿਹੜੇ ਬ੍ਰਿਜ ਦੇ 2 ਪੋਰਟ ਨਾਲ ਕਨੈਕਟ ਹੈ। ਜੇਕਰ A ਨੇ ਮੰਨ ਲਓ D ਨੂੰ ਕੁਛ ਭੇਜਣਾ, ਤਾਂ A ਡਾਟਾ ਸੈਂਡ ਕਰੂ ਬ੍ਰਿਜ ਨੂੰ ਥਰੂ ਪੋਰਟ 1, ਅਤੇ ਜਿਹੜਾ ਫਿਰ ਬ੍ਰਿਜ ਹੈ ਉਹ 2 ਪੋਰਟ ਦੇ ਥਰੂ ਹੈ ਜਿਹੜਾ D ਨੂੰ ਡਾਟਾ ਸੈਂਡ ਕਰ ਦੂਗਾ। ਅੱਗੇ ਟੇਬਲ ਦੇ ਵਿੱਚ ਦੇਖੋ, ਪਹਿਲਾਂ ਓਰੀਜਨਲ ਟੇਬਲ ਆ ਉਹਦੇ 2 ਫੀਲਡ, ਇੱਕ ਐਡਰੈਸ ਫੀਲਡ, ਇੱਕ ਪੋਰਟ ਫੀਲਡ। ਪਹਿਲਾਂ A ਨੇ D ਨੂੰ ਕੁਛ ਭੇਜਣਾ, ਤਾਂ ਐਡਰੈਸ ਜਿਹੜਾ A ਤੋਂ ਆਇਆ, ਆਫਟਰ A ਸੈਂਡਸ ਟੂ D। ਪਹਿਲਾਂ ਐਡਰੈਸ ਦੇ ਵਿੱਚ A ਆਇਆ ਜਿਹਨੇ ਭੇਜਿਆ, ਪੋਰਟ ਕਿਹੜੇ ਵਿੱਚ ਦੀ ਭੇਜਿਆ 1 ਵਿੱਚ ਦੀ ਭੇਜਿਆ। ਅੱਗੇ E ਨੇ A ਨੂੰ ਕੁਛ ਭੇਜਣਾ, E ਹੈ ਜਿਹੜਾ 3 ਪੋਰਟ ਦੇ ਥਰੂ ਭੇਜੂਗਾ, ਅਤੇ ਅੱਗੇ B ਨੇ ਜਿਹੜਾ C ਨੂੰ ਕੁਛ ਭੇਜਣਾ, ਤਾਂ B ਹੈ ਜਿਹੜਾ 1 ਪੋਰਟ ਦੇ ਥਰੂ ਡਾਟਾ ਭੇਜੇਗਾ। ਅੱਗੇ ਆ ਗਿਆ ਸੋਰਸ ਰਾਊਟਿੰਗ ਬ੍ਰਿਜ। ਜਿਹੜਾ ਦੇਖੋ ਸੀਗਾ ਟਰਾਂਸਪੇਰੈਂਟ ਬ੍ਰਿਜ, ਉਹ ਜਿਹੜਾ ਇਨਵਿਜ਼ੀਬਲ ਸੀਗਾ। ਸੋਰਸ ਰਾਊਟਿੰਗ ਬ੍ਰਿਜ ਜਿਹੜਾ ਇਨਵਿਜ਼ੀਬਲ ਨਹੀਂ ਹੁੰਦਾ, ਇਹ ਸਭ ਨੂੰ ਦਿਖਦਾ ਹੁੰਦਾ ਕਿ ਸਾਡੇ ਵਿੱਚ ਬ੍ਰਿਜ ਕੰਮ ਕਰ ਰਿਹਾ। ਸੋਰਸ ਰਾਊਟਿੰਗ ਬ੍ਰਿਜ ਹੈ ਜਿਹੜਾ IEEE ਨੇ ਡਿਜ਼ਾਈਨ ਕੀਤਾ ਸੀਗਾ। IEEE ਕੀ ਹੈ? ਇੰਸਟੀਟਿਊਟ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ। ਇਹਦੇ ਵਿੱਚ ਹੈ ਜਿਹੜਾ each source station is expected to know the router over which to send its frame across the bridge network, whereas the transport bridge router is decided the bridge based on the। ਦੇਖੋ ਇਹਦੇ ਵਿੱਚ ਹੈ ਜਿਹੜਾ ਬ੍ਰਿਜ ਡਿਸਾਈਡ ਕਰਦਾ ਕਿ ਕਿਹੜਾ ਡਾਟਾ ਕਿਸ ਡੈਸਟੀਨੇਸ਼ਨ 'ਤੇ ਕਿਸ ਪਾਥ ਥਰੂ ਭੇਜਣਾ। ਜਿਹੜਾ ਟਰਾਂਸਪੇਰੈਂਟ ਸੀ ਉਹਦੇ ਵਿੱਚ ਜਿਹੜਾ
ਭੇਜਣ ਵਾਲਾ ਹੁੰਦਾ ਸੀ, ਜਿਹੜਾ ਸੈਂਡਰ ਹੁੰਦਾ ਸੀ, ਉਹ ਰੂਟ ਡਿਸਾਈਡ ਕਰਦਾ ਸੀ ਕਿ ਇਸ ਰੂਟ ਤੋਂ ਡਾਟਾ ਜਾਏਗਾ। ਬਟ ਸੋਰਸ ਰਾਊਟਿੰਗ ਬ੍ਰਿਜ ਦੇ ਵਿੱਚ ਜਿਹੜਾ ਉਹਦਾ ਰੂਟ ਹੈ, ਜਿਹੜਾ ਡਾਟਾ ਦਾ, ਉਹ ਬ੍ਰਿਜ ਡਿਸਾਈਡ ਕਰੂਗਾ ਕਿ ਕਿਸ ਰੂਟ ਵਿੱਚ ਦੀ ਇਹ ਡਾਟਾ ਸੈਂਡ ਹੋਊਗਾ। ਅਨਲਾਈਕ ਟਰਾਂਸਪੇਰੈਂਟ ਬ੍ਰਿਜ, ਸੋਰਸ ਰਾਊਟਿੰਗ ਬ੍ਰਿਜ ਡੂ ਨਾਟ ਟਰਾਂਸਪੇਰੈਂਟ। ਆਹ ਦੇਖੋ ਇਹ ਹੈ ਕਿ ਇਹ ਟਰਾਂਸਪੇਰੈਂਟ ਨਹੀਂ ਹੁੰਦਾ, ਇਹਦੇ ਵਿੱਚ ਸਾਰੀ ਇਹਦੀ ਆਇਡੈਂਟੀਟੀ ਹੁੰਦੀ ਹੈ ਕਿ ਇੱਥੇ ਬ੍ਰਿਜ ਕੰਮ ਕਰ ਰਿਹਾ। ਫਰੇਮ ਮਸਟ ਵਿਜ਼ਿਟ, ਸੈਂਡਿੰਗ ਸਟੇਸ਼ਨ ਡਿਫਾਈਨਸ ਦਾ ਬ੍ਰਿਜ ਦੈਟ ਦਾ ਫਰੇਮ ਮਸਟ ਬੀ ਦਾ ਐਡਰੈਸ ਆਫ ਦਾ ਬ੍ਰਿਜ ਆਰ ਇਨਕਲੂਡ ਇਨ ਦਾ ਫਰੇਮ। ਅਤੇ ਇਹਦੇ ਵਿੱਚ ਜਿਹੜਾ ਐਡਰੈਸ ਬ੍ਰਿਜ ਦਾ ਵੀ ਐਡਰੈਸ ਫਰੇਮ ਦੇ ਵਿੱਚ ਇਨਕਲੂਡ ਹੁੰਦਾ। ਫਰੇਮ ਦੇ ਵਿੱਚ ਆਪਾਂ ਐਡਰੈਸ ਸੈਂਡਰ ਹੈ ਜਿਹੜਾ ਫਰੇਮ ਦੇ ਵਿੱਚ ਐਡਰੈਸ ਸੈਂਡ ਕਰੂਗਾ ਕਿ ਕਿਸ ਡੈਸਟੀਨੇਸ਼ਨ 'ਤੇ ਡਾਟਾ ਆਪਾਂ ਭੇਜਣਾ, ਅਤੇ ਨਾਲ ਉਹ ਬ੍ਰਿਜ ਦਾ ਵੀ ਐਡਰੈਸ ਕਰੂਗਾ ਸੈਂਡ ਕਿ ਕਿਸ ਬ੍ਰਿਜ ਦੇ ਥਰੂ ਹੈ ਜਿਹੜਾ ਮੇਰਾ ਡਾਟਾ ਰਿਸੀਵਰ ਤੱਕ ਪਹੁੰਚੂਗਾ। ਫਰੇਮ ਕੰਟੇਨ ਨੋਟ ਓਨਲੀ ਸੋਰਸ ਔਰ ਡੈਸਟੀਨੇਸ਼ਨ ਐਡਰੈਸ ਬਟ ਐਡਰੈਸ ਆਫ ਆਲ ਬ੍ਰਿਜਿਸ। ਦੇਖੋ ਫਰੇਮ ਦੇ ਵਿੱਚ ਇਕੱਲਾ ਉਹਦਾ ਸੈਂਡਿੰਗ ਅਤੇ ਰਿਸੀਵਿੰਗ ਜਿਹੜੀ ਮਸ਼ੀਨਾਂ ਉਹਨਾਂ ਦਾ ਐਡਰੈਸ ਨਹੀਂ ਹੁੰਦਾ, ਬਲਕਿ ਉਹਨਾਂ ਦੇ ਐਡਰੈਸ ਦੇ ਨਾਲ ਨਾਲ ਜਿੰਨੇ ਵੀ ਬ੍ਰਿਜ ਹੈ, ਕਿਹੜੇ ਬ੍ਰਿਜ ਵਿੱਚ ਦੀ ਵਿਜ਼ਿਟ ਕਰੂਗਾ, ਉਸ ਬ੍ਰਿਜ ਦਾ ਵੀ ਐਡਰੈਸ ਇਹਦੇ ਵਿੱਚ ਆਪਾਂ ਫਰੇਮ ਦੇ ਵਿੱਚ ਲਿਖਦੇ ਹਾਂ। ਸੋਰਸ ਗੈਟ ਦੀਜ਼ ਬ੍ਰਿਜ ਐਡਰੈਸ ਥਰੂ ਦਾ ਐਕਸਚੇਂਜ ਆਫ ਸਪੈਸ਼ਲ ਫਰੇਮ। ਸੋ ਹੁਣ ਜਿਹੜਾ ਸੈਂਡਰ ਆ ਉਹਨੂੰ ਕਿਵੇਂ ਪਤਾ ਲੱਗਦਾ ਕਿ ਕਿਹੜਾ ਬ੍ਰਿਜ ਮੇਰਾ ਡਾਟਾ ਸੈਂਡ ਕਰੂਗਾ। ਬ੍ਰਿਜ ਦਾ ਜਿਹੜਾ ਐਡਰੈਸ ਲੈਣ ਲਈ ਉਹ ਇੱਕ ਸਪੈਸ਼ਲ ਫਰੇਮ ਸੈਂਡ ਕਰਦਾ ਡੈਸਟੀਨੇਸ਼ਨ ਨੂੰ, ਅਤੇ ਜਿਹੜਾ ਫਿਰ ਉਹ ਡੈਸਟੀਨੇਸ਼ਨ ਉਹਨੂੰ ਬ੍ਰਿਜ ਦਾ ਐਡਰੈਸ ਸੈਂਡ ਕਰਦਾ। ਅੱਗੇ ਦੇ ਵਿੱਚ ਡਿਫਰੈਂਸ ਦੇਖੋ ਬੱਚੇ, ਜਿਹੜਾ ਰੂਟ ਹੈ ਐਂਡ ਸੋਰਸ ਦੇ ਵਿੱਚ ਰੂਟ ਹੈ ਜਿਹੜਾ ਐਂਡ ਸਟੇਸ਼ਨ ਦੁਆਰਾ ਡਿਸਾਈਡ ਕੀਤਾ ਜਾਂਦਾ, ਟਰਾਂਸਪੇਰੈਂਟ ਵਿੱਚ ਜਿਹੜਾ ਬ੍ਰਿਜ ਦੁਆਰਾ ਡਿਸਾਈਡ ਕੀਤਾ ਜਾਂਦਾ। ਬ੍ਰਿਜ ਆਰ ਨਾਟ ਟਰਾਂਸਪੇਰੈਂਟ ਟੂ ਐਂਡ ਸਟੇਸ਼ਨ। ਦੇਖੋ ਸੋਰਸ ਰੂਟ ਦੇ ਵਿੱਚ ਜਿਹੜਾ ਟਰਾਂਸਪੇਰੈਂਟ ਦੀ ਤਰ੍ਹਾਂ ਨਹੀਂ ਹੁੰਦਾ, ਟਰਾਂਸਪੇਰੈਂਟ ਦੇ ਵਿੱਚ ਤਾਂ ਇਨਵਿਜ਼ੀਬਲ ਹੁੰਦੇ, ਬ੍ਰਿਜ ਦੇ ਵਿੱਚ ਜਿਹੜੇ ਵਿਜ਼ੀਬਲ ਹੁੰਦੇ ਆ। ਅੱਗੇ ਹੈਗਾ ਸੋਰਸ ਰੂਟ ਦੇ ਵਿੱਚ ਸੋਰਸ ਕੈਨ ਸਿਲੈਕਟ ਐਨ ਓਪਟੀਮਲ ਪਾਥ ਫਰੋਮ ਅ ਚੋਇਸ ਆਫ ਰੂਟਰ। ਰੂਟਰ ਦੀ ਚੋਇਸ ਦਾ ਜਿਹੜਾ ਪਾਥ ਡਿਸਾਈਡ ਕੀਤਾ ਜਾਂਦਾ। ਇਹਦੇ ਵਿੱਚ ਜਿਹੜਾ ਟਰਾਂਸਪੇਰੈਂਟ ਦੇ ਵਿੱਚ ਫਰੇਮ ਜਿਹੜਾ ਬ੍ਰਿਜ ਹੈ ਉਹਦੀ ਚੋਇਸ ਦਾ ਜਿਹੜਾ ਰੂਟ ਹੈ ਉਹ ਡਿਸਾਈਡ ਕੀਤਾ ਜਾਂਦਾ। ਪੋਸੀਬਲ ਇਨ ਦਾ ਥਿਊਰੀ ਟੂ ਲੋਡ ਸ਼ੇਅਰਿੰਗ ਐਂਡ ਜੁਡੀਸ਼ਰੀ ਬਾਈ ਚੋਇਸ ਆਫ ਰੂਟ। ਦੇਖੋ ਇਹਦੇ ਵਿੱਚ ਜਿਹੜਾ ਡਾਟਾ ਕਿੰਨਾ ਜਾਣਾ, ਕੀ ਸ਼ੇਅਰ ਕਰਨਾ, ਇਹ ਸਾਰਾ ਰੂਟ ਦੀ ਜਿਹੜੀ ਚੋਇਸ ਹੁੰਦੀ ਹੈ। ਅਤੇ ਇਹਦੇ ਵਿੱਚ ਜਿਹੜਾ ਪੋਰਟ ਨੂੰ ਬਲੋਕ ਕਰ ਦਿੰਦੇ ਆਪਾਂ ਜੇਕਰ ਡਾਟਾ ਆਪਣੀ ਪੋਸੀਬਲ ਨਹੀਂ ਹੁੰਦੀ। ਦਾ ਫਰੇਮ ਪ੍ਰੋਸੈਸ ਡਿਲੇ ਇਜ਼ ਲੈਸ ਦੈਨ ਦੈਟ ਇਜ਼ ਟਰਾਂਸਪੋਰਟ ਬ੍ਰਿਜ। ਟਰਾਂਸਪੋਰਟ ਬ੍ਰਿਜ ਦੇ ਵਿੱਚ ਜਿਹੜਾ ਡਾਟਾ ਛੇਤੀ ਚਲਾ ਜਾਂਦਾ, ਅਤੇ ਸੋਰਸ ਰੂਟ ਦੇ ਵਿੱਚ ਜਿਹੜਾ ਥੋੜ੍ਹਾ ਜਿਹਾ ਡਿਲੇ ਹੋ ਜਾਂਦਾ। ਫੋਰਮ ਫਰੇਮ ਅਨਨੋਨ ਡੈਸਟੀਨੇਸ਼ਨ। ਦੇਖੋ ਇਹਦੇ ਵਿੱਚ ਤਾਂ ਕੰਸੀਡਰੇਬਲ ਰੂਟ ਡਿਸਕਵਰੀ ਓਵਰਹੈਡ। The overhead of a forward frame to no unknown destination is considerably less than frame is broadcast on the spanning tree। ਦੇਖੋ ਜੇਕਰ ਸੋਰਸ ਰੂਟ ਦੇ ਵਿੱਚ ਆਪਾਂ ਨੂੰ ਐਡਰੈਸ ਨਹੀਂ ਮਿਲਦਾ ਤਾਂ ਆਪਾਂ ਉਹਨੂੰ ਡਰੋਪ ਕਰ ਦਿੰਦੇ, ਅੱਗੇ ਨਹੀਂ ਸੈਂਡ ਕਰਦੇ। ਅਤੇ ਜਿਹੜਾ ਟਰਾਂਸਪੇਰੈਂਟ ਹੈ ਇਹਦੇ ਵਿੱਚ ਜਿਹੜਾ ਉਹ ਮਤਲਬ ਸਪੈਨਿੰਗ ਟਰੀ ਹੁੰਦਾ ਕਿ ਜੇਕਰ ਉਹਨੂੰ ਪਹਿਲੇ ਮਸ਼ੀਨ 'ਤੇ ਐਡਰੈਸ ਨਹੀਂ ਮਿਲਿਆ ਤਾਂ ਉਹ ਨੈਕਸਟ ਚਲਾ ਜਾਓ, ਉੱਥੇ ਨਹੀਂ ਮਿਲਿਆ ਤਾਂ ਉਸ ਤੋਂ ਨੈਕਸਟ ਚਲਾ ਜਾਓ, ਉੱਥੇ ਨਹੀਂ ਮਿਲਿਆ ਤਾਂ ਉਸ ਤੋਂ ਨੈਕਸਟ ਚਲਾ ਜਾਓ। ਇਸ ਤਰ੍ਹਾਂ ਇਹ ਵਰਕਿੰਗ ਇਹਦੀ ਹੁੰਦੀ ਹੈ। ਇਹ ਸੀਗਾ ਬੱਚੇ ਆਪਣਾ ਬ੍ਰਿਜ। ਦੋ ਤਰੀਕੇ ਦੇ ਬ੍ਰਿਜ ਹੁੰਦੇ ਆ, ਟਰਾਂਸਪੇਰੈਂਟ ਅਤੇ ਸੋਰਸ ਰੂਟਿੰਗ ਬ੍ਰਿਜ। ਅਗਰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਥੈਂਕ ਯੂ ਬੱਚੇ।